Hello students, how are you? ਅੱਜ ਅਸੀਂ ਕਰਨ ਜਾ ਰਹੇ ਹਾਂ ਲੈਸਨ ਸੈਕੰਡ ਕੰਪੋਨੈਂਟਸ ਆਫ ਫੂਡ ਯਾਨੀ ਭੋਜਨ ਦੇ ਤੱਤ। Let's start. In the previous chapter we have learnt that food is essential for growth and development of body. ਪਿਛਲੇ ਪਾਠ ਵਿੱਚ ਅਸੀਂ ਪੜ੍ਹਿਆ ਹੈ ਕਿ ਸਰੀਰ ਦੇ ਵਾਧੇ ਅਤੇ ਵਿਕਾਸ ਲਈ ਭੋਜਨ ਜ਼ਰੂਰੀ ਹੈ। We eat variety of food items. ਅਸੀਂ ਵੱਖ-ਵੱਖ ਪ੍ਰਕਾਰ ਦਾ ਭੋਜਨ ਖਾਂਦੇ ਹਾਂ। We get our food from both plants and animals. ਅਸੀਂ ਆਪਣਾ ਭੋਜਨ ਪੌਦਿਆਂ ਅਤੇ ਜਾਨਵਰਾਂ ਦੋਵਾਂ ਤੋਂ ਪ੍ਰਾਪਤ ਕਰਦੇ ਹਾਂ। Our food consists of pulses, cereals, vegetables, fruits, milk products, eggs, etc. ਸਾਡੇ ਭੋਜਨ ਵਿੱਚ ਦਾਲਾਂ, ਅਨਾਜ, ਸਬਜ਼ੀਆਂ, ਫਲ, ਆਂਡੇ, ਦੁੱਧ ਅਤੇ ਇਹਨਾਂ ਤੋਂ ਬਣੇ ਉਤਪਾਦ ਸ਼ਾਮਿਲ ਹੁੰਦੇ ਹਨ। In this chapter we will discuss various components of food and their importance for human body. ਇਸ ਅਧਿਆਇ ਵਿੱਚ ਅਸੀਂ ਭੋਜਨ ਦੇ ਵੱਖ-ਵੱਖ ਤੱਤਾਂ ਅਤੇ ਮਨੁੱਖੀ ਸਰੀਰ ਲਈ ਉਹਨਾਂ ਦੀ ਮਹਾਨਤਾ ਬਾਰੇ ਚਰਚਾ ਕਰਾਂਗੇ। Okay, let's start. Components of food. ਭੋਜਨ ਦੇ ਤੱਤ। Different food items contain different nutrients. ਵੱਖ-ਵੱਖ ਭੋਜਨ ਪਦਾਰਥਾਂ ਵਿੱਚ ਵੱਖ-ਵੱਖ ਪੋਸ਼ਕ ਤੱਤ ਮੌਜੂਦ ਹੁੰਦੇ ਹਨ। Nutrients are the substances which are needed for proper growth and development of body. ਪੋਸ਼ਕ ਤੱਤ ਉਹ ਪਦਾਰਥ ਹੁੰਦੇ ਹਨ ਜਿਹੜੇ ਸਰੀਰ ਦੇ ਉਚਿਤ ਵਾਧੇ ਅਤੇ ਵਿਕਾਸ ਲਈ ਜ਼ਰੂਰੀ ਹੁੰਦੇ ਹਨ। The main nutrients of our food are carbohydrates, proteins, fats, minerals and vitamins. ਸਾਡੇ ਭੋਜਨ ਦੇ ਮੁੱਖ ਪੋਸ਼ਕ ਤੱਤ ਕਾਰਬੋਹਾਈਡਰੇਟਸ, ਪ੍ਰੋਟੀਨ, ਚਰਬੀ, ਖਣਿਜ ਪਦਾਰਥ ਅਤੇ ਵਿਟਾਮਿਨ ਹਨ। Besides, our body also need water and roughage. ਇਹਨਾਂ ਤੋਂ ਇਲਾਵਾ ਸਾਡੇ ਸਰੀਰ ਨੂੰ ਪਾਣੀ ਅਤੇ ਮੋਟੇ ਆਹਾਰ ਦੀ ਵੀ ਜ਼ਰੂਰਤ ਰਹਿੰਦੀ ਹੈ। Carbohydrates. Carbohydrates are the main source of energy for us. Therefore, these are called energy-giving foods. ਕਾਰਬੋਹਾਈਡਰੇਟ ਸਾਡੇ ਲਈ ਊਰਜਾ ਦਾ ਮੁੱਖ ਸਰੋਤ ਹਨ, ਇਸ ਲਈ ਇਹਨਾਂ ਨੂੰ ਊਰਜਾ ਦੇਣ ਵਾਲਾ ਭੋਜਨ ਵੀ ਕਿਹਾ ਜਾਂਦਾ ਹੈ। They consist of carbon, hydrogen and oxygen. ਇਹਨਾਂ ਵਿੱਚ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਮੌਜੂਦ ਹੁੰਦੇ ਹਨ। Sources of carbohydrates. ਕਾਰਬੋਹਾਈਡਰੇਟਸ ਦੇ ਸਰੋਤ। Plants are the main sources of carbohydrates for us. ਪੌਦੇ ਸਾਡੇ ਲਈ ਕਾਰਬੋਹਾਈਡਰੇਟਸ ਦਾ ਮੁੱਖ ਸਰੋਤ ਹਨ। ਬਾਜਰਾ, ਜਵਾਰ, ਰਾਈਸ, wheat, jaggery, mango, banana and potato are all sources of carbohydrates. ਮੁੱਖ ਰੂਪ ਵਿੱਚ ਬਾਜਰਾ, ਜਵਾਰ, ਚਾਵਲ, ਕਣਕ, ਗੁੜ, ਅੰਬ, ਕੇਲਾ ਅਤੇ ਆਲੂ ਕਾਰਬੋਹਾਈਡਰੇਟਸ ਦੇ ਸਰੋਤ ਹਨ। Types of carbohydrates. Carbohydrates ਦੀਆਂ ਕਿਸਮਾਂ। The food we eat consists of two types of carbohydrates. ਸਾਡੇ ਭੋਜਨ ਵਿੱਚ ਦੋ ਪ੍ਰਕਾਰ ਦੇ ਕਾਰਬੋਹਾਈਡਰੇਟਸ ਸ਼ਾਮਿਲ ਹੁੰਦੇ ਹਨ। ਸਿੰਪਲ ਕਾਰਬੋਹਾਈਡਰੇਟਸ, ਸਰਲ ਕਾਰਬੋਹਾਈਡਰੇਟਸ। ਸ਼ੂਗਰਸ ਆਰ ਦਾ ਸਿੰਪਲ ਕਾਰਬੋਹਾਈਡਰੇਟਸ। ਚੀਨੀ, ਸ਼ੱਕਰ ਆਦਿ ਸਰਲ ਕਾਰਬੋਹਾਈਡਰੇਟਸ ਹਨ। They are sweet in taste and are soluble in water. ਇਹ ਸਵਾਦ ਵਿੱਚ ਮਿੱਠੇ ਹੁੰਦੇ ਹਨ ਅਤੇ ਪਾਣੀ ਵਿੱਚ ਘੁਲਣਸ਼ੀਲ ਹੁੰਦੇ ਹਨ। ਗਲੂਕੋਜ਼, ਸੁਕਰੋਜ਼ present in table sugar. ਗਲੂਕੋਜ਼, ਸੁਕਰੋਜ਼ ਸਾਧਾਰਨ ਖੰਡ ਵਿੱਚ ਮੌਜੂਦ। ਫਰਕਟੋਜ਼ ਫਰੂਟ ਸ਼ੂਗਰ and lactose milk sugar. ਫਰਕਟੋਜ਼ ਫਲ ਵਿੱਚ ਮੌਜੂਦ ਅਤੇ ਲੈਕਟੋਜ਼ ਦੁੱਧ ਵਿੱਚ ਮੌਜੂਦ are examples of types of sugars. ਸਰਲ ਕਾਰਬੋਹਾਈਡਰੇਟਸ ਦੀਆਂ ਉਦਾਹਰਨਾਂ ਹਨ। All of these are easy to digest. ਇਹਨਾਂ ਸਾਰਿਆਂ ਨੂੰ ਪਚਾਉਣਾ ਬਹੁਤ ਸੌਖਾ ਹੈ। So they give us quick and instant energy. ਇਸ ਲਈ ਤੇਜ਼ੀ ਨਾਲ ਅਤੇ ਤੁਰੰਤ ਊਰਜਾ ਪ੍ਰਦਾਨ ਕਰਦੇ ਹਨ। Complex carbohydrates. ਗੁੰਝਲਦਾਰ ਕਾਰਬੋਹਾਈਡਰੇਟਸ। Starch is a complex carbohydrate. ਸਟਾਰਚ ਗੁੰਝਲਦਾਰ ਕਾਰਬੋਹਾਈਡਰੇਟਸ ਦੀ ਇੱਕ ਉਦਾਹਰਨ ਹੈ। It consists of large number of glucose units. ਇਸ ਵਿੱਚ ਗਲੂਕੋਜ਼ ਦੀਆਂ ਬਹੁਤ ਸਾਰੀਆਂ ਇਕਾਈਆਂ ਮੌਜੂਦ ਹੁੰਦੀਆਂ ਹਨ। Starch is tasteless and is insoluble in water. ਸਟਾਰਚ ਦਾ ਆਪਣਾ ਕੋਈ ਸਵਾਦ ਨਹੀਂ ਹੁੰਦਾ ਅਤੇ ਇਹ ਪਾਣੀ ਵਿੱਚ ਅਘੁਲਣਸ਼ੀਲ ਹੈ। Potatoes, rice and wheat are rich sources of complex carbohydrates. ਆਲੂ, ਚੌਲ ਅਤੇ ਕਣਕ ਵਿੱਚ ਗੁੰਝਲਦਾਰ ਕਾਰਬੋਹਾਈਡਰੇਟਸ ਕਾਫੀ ਮਾਤਰਾ ਵਿੱਚ ਮੌਜੂਦ ਹੁੰਦੇ ਹਨ। As starch is first converted to glucose during digestion. ਪਾਚਨ ਕਿਰਿਆ ਸਮੇਂ ਇਹਨਾਂ ਗੁੰਝਲਦਾਰ ਕਾਰਬੋਹਾਈਡਰੇਟਸ ਨੂੰ ਪਹਿਲਾਂ ਸਰਲ ਕਾਰਬੋਹਾਈਡਰੇਟਸ ਵਿੱਚ ਬਦਲਿਆ ਜਾਂਦਾ ਹੈ। So it cannot give us quick and instant energy. ਫਿਰ ਇਸ ਦਾ ਸੋਖਣ ਹੁੰਦਾ ਹੈ, ਇਸ ਲਈ ਸਾਨੂੰ ਤੁਰੰਤ ਊਰਜਾ ਪ੍ਰਦਾਨ ਨਹੀਂ ਕਰਦੇ।
Functions of carbohydrates. Carbohydrate ਦੇ ਕੰਮ, carbohydrate ਦੀ ਮਹੱਤਤਾ. The main function of carbohydrates is to provide energy for various life activities. ਕਾਰਬੋਹਾਈਡਰੇਟਸ ਦਾ ਮੁੱਖ ਕੰਮ ਜੀਵਨ ਦੀਆਂ ਵੱਖ-ਵੱਖ ਕਿਰਿਆਵਾਂ ਕਰਨ ਲਈ ਊਰਜਾ ਪ੍ਰਦਾਨ ਕਰਨਾ ਹੈ. We can detect the presence of starch in food items by a very simple test. ਅਸੀਂ ਬਹੁਤ ਹੀ ਸੌਖੇ ਪਰੀਖਣ ਰਾਹੀਂ ਭੋਜਨ ਵਿੱਚ ਮੌਜੂਦ ਸਟਾਰਚ ਦੀ ਮੌਜੂਦਗੀ ਦਾ ਪਤਾ ਲਗਾ ਸਕਦੇ ਹਾਂ. ਐਕਟੀਵਿਟੀ ਫਸਟ. To test the presence of starch in various food items. ਵੱਖ-ਵੱਖ ਭੋਜਨ ਪਦਾਰਥਾਂ ਵਿੱਚ ਸਟਾਰਚ ਦੀ ਮੌਜੂਦਗੀ ਦੀ ਪਰਖ ਕਰਨਾ. Material required. ਲੋੜੀਂਦੀ ਸਮੱਗਰੀ raw potato, iodine solution, dropper, petri dish. ਕੱਚੇ ਆਲੂ, ਆਇਓਡੀਨ ਦਾ ਘੋਲ, ਡ੍ਰੌਪਰ ਅਤੇ ਚਾਈਨਾ ਡਿਸ਼. Method. Take few pieces of raw potato. ਕੱਚੇ ਆਲੂ ਦੇ ਕੁਝ ਟੁਕੜੇ ਲਓ. Put 2-3 drops of dilute iodine solution on it. ਆਇਓਡੀਨ ਦੇ ਘੋਲ ਦੀਆਂ 2-3 ਬੂੰਦਾਂ ਇਸ ਉੱਪਰ ਪਾਓ. Observe the change in color of potato. ਆਲੂ ਦੇ ਰੰਗ ਵਿੱਚ ਹੋਣ ਵਾਲੇ ਪਰਿਵਰਤਨ ਦਾ ਨਿਰੀਖਣ ਕਰੋ. Observation. ਨਿਰੀਖਣ. The color of potato turns blue-black on addition of iodine drops. ਆਇਓਡੀਨ ਦੀਆਂ ਬੂੰਦਾਂ ਪਾਉਣ ਨਾਲ ਆਲੂ ਦਾ ਰੰਗ ਨੀਲਾ ਜਾਂ ਕਾਲਾ ਹੋ ਜਾਵੇਗਾ. Conclusion. ਸਿੱਟਾ. Appearance of blue-black color on addition of iodine drops indicates the presence of starch. ਆਇਓਡੀਨ ਦੀਆਂ ਬੂੰਦਾਂ ਪਾਉਣ ਨਾਲ ਆਲੂ ਦਾ ਰੰਗ ਨੀਲਾ ਜਾਂ ਕਾਲਾ ਹੋ ਜਾਣਾ ਸਟਾਰਚ ਦੀ ਮੌਜੂਦਗੀ ਨੂੰ ਦਰਸਾਉਂਦਾ ਹੈ. You can perform this activity with other food items like boiled rice, wheat flour, sweet potato and sugar cane. ਤੁਸੀਂ ਇਹ ਕਿਰਿਆ ਹੋਰ ਭੋਜਨ ਪਦਾਰਥਾਂ ਜਿਵੇਂ ਉਬਲੇ ਹੋਏ ਚਾਵਲ, ਕਣਕ ਦਾ ਆਟਾ, ਸ਼ੱਕਰਕੰਦੀ ਅਤੇ ਗੰਨੇ ਆਦਿ ਨਾਲ ਕਰਕੇ ਵੀ ਵੇਖ ਸਕਦੇ ਹੋ. Think and answer. ਸੋਚੋ ਅਤੇ ਉੱਤਰ ਦਿਓ. Question first. What happens when we add a few drops of iodine solution to raw potato? ਜਦੋਂ ਅਸੀਂ ਕੱਚੇ ਆਲੂ ਉੱਤੇ ਆਇਓਡੀਨ ਦੇ ਘੋਲ ਦੀਆਂ ਕੁਝ ਬੂੰਦਾਂ ਪਾਉਂਦੇ ਹਾਂ ਤਾਂ ਕੀ ਹੁੰਦਾ ਹੈ? The color of potato turns blue. What is the color of iodine solution? Iodine solution ਦਾ ਕਲਰ ਕੀ ਹੁੰਦਾ ਹੈ? Brownish. Besides raw potato, which other food items can be used for testing of starch? Boiled rice, wheat, flour, sweet potato and sugarcane. Next, proteins. Proteins are essential for growth and repair of body cells. So foods rich in protein content are called body building foods. ਪ੍ਰੋਟੀਨ ਸਾਡੇ ਸਰੀਰ ਦੇ ਵਾਧੇ ਅਤੇ ਸੈੱਲਾਂ ਦੀ ਮੁਰੰਮਤ ਲਈ ਜ਼ਰੂਰੀ ਹੈ. ਇਸ ਲਈ ਜਿਹੜੇ ਭੋਜਨ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਉਹਨਾਂ ਨੂੰ ਰਚਨਾਤਮਕ ਭੋਜਨ ਕਿਹਾ ਜਾਂਦਾ ਹੈ. Proteins consist of carbon, hydrogen, oxygen and nitrogen. ਪ੍ਰੋਟੀਨ ਵਿੱਚ ਕਾਰਬਨ, ਹਾਈਡਰੋਜਨ, ਆਕਸੀਜਨ ਅਤੇ ਨਾਈਟ੍ਰੋਜਨ ਮੌਜੂਦ ਹੁੰਦੇ ਹਨ. Sources of proteins. ਪ੍ਰੋਟੀਨ ਦੇ ਸਰੋਤ. We get proteins both from plants and animals. ਅਸੀਂ ਪ੍ਰੋਟੀਨ ਨੂੰ ਪੌਦਿਆਂ ਅਤੇ ਜਾਨਵਰਾਂ ਦੋਵਾਂ ਤੋਂ ਪ੍ਰਾਪਤ ਕਰਦੇ ਹਾਂ. Plant sources of proteins. ਪ੍ਰੋਟੀਨ ਦੇ ਪੌਦਾ ਸਰੋਤ include beans like soybean, peas, pulses like gram, moong and vegetables spinach, mushroom, broccoli. ਫਲੀਆਂ ਜਿਵੇਂ ਸੋਇਆਬੀਨ ਅਤੇ ਮਟਰ, ਦਾਲਾਂ ਜਿਵੇਂ ਛੋਲੇ ਅਤੇ ਮੂੰਗੀ, ਸਬਜ਼ੀਆਂ ਜਿਵੇਂ ਖੁੰਬਾਂ, ਬਰੋਕਲੀ ਆਦਿ ਪੌਦਿਆਂ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ ਦੇ ਸਰੋਤ ਹਨ. ਐਨੀਮਲ ਸੋਰਸਿਸ ਆਫ ਪ੍ਰੋਟੀਨਸ. ਪ੍ਰੋਟੀਨ ਦੇ ਜੰਤੂ ਸਰੋਤ include meat, fish, poultry, milk and milk products. ਮੀਟ, ਮੱਛੀ, ਪੋਲਟਰੀ, ਦੁੱਧ ਅਤੇ ਦੁੱਧ ਦੇ ਉਤਪਾਦ ਜੰਤੂਆਂ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ ਦੇ ਸਰੋਤ ਹਨ. Functions of proteins. ਪ੍ਰੋਟੀਨ ਦੀ ਮਹੱਤਤਾ. Proteins help us in following ways. ਪ੍ਰੋਟੀਨ ਹੇਠ ਲਿਖੇ ਢੰਗਾਂ ਨਾਲ ਸਾਡੀ ਸਹਾਇਤਾ ਕਰਦੇ ਹਨ. Proteins help in growth and repair of body. ਪ੍ਰੋਟੀਨ ਸਰੀਰ ਦੇ ਵਾਧੇ ਅਤੇ ਮੁਰੰਮਤ ਵਿੱਚ ਸਹਾਇਤਾ ਕਰਦੇ ਹਨ. Proteins protect us from many diseases. ਪ੍ਰੋਟੀਨ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਾਡੇ ਸਰੀਰ ਦੀ ਰੱਖਿਆ ਕਰਦੇ ਹਨ. Proteins act as enzymes. ਪ੍ਰੋਟੀਨ ਐਂਜ਼ਾਈਮ ਵਜੋਂ ਵੀ ਕੰਮ ਕਰਦੇ ਹਨ. Enzymes are the protein molecules
present inside the living cells. Enzyme ਜੀਵ ਸੈੱਲਾਂ ਵਿੱਚ ਮੌਜੂਦ ਪ੍ਰੋਟੀਨ ਦੇ ਅਣੂ ਹੁੰਦੇ ਹਨ. They speed up various activities like digestion, respiration inside the living body. ਇਹ ਜੀਵਤ ਸਰੀਰ ਵਿੱਚ ਕਈ ਪ੍ਰਕਾਰ ਦੀਆਂ ਕਿਰਿਆਵਾਂ ਜਿਵੇਂ ਪਾਚਨ ਕਿਰਿਆ, ਸਾਹ ਕਿਰਿਆ ਆਦਿ ਦੀ ਦਰ ਨੂੰ ਤੇਜ਼ ਕਰ ਦਿੰਦੇ ਹਨ. They are needed in very minute quantity. ਸਰੀਰ ਦੀਆਂ ਗਤੀਵਿਧੀਆਂ ਲਈ ਐਂਜ਼ਾਈਮ ਦੀ ਬਹੁਤ ਹੀ ਘੱਟ ਮਾਤਰਾ ਵਿੱਚ ਜ਼ਰੂਰਤ ਹੁੰਦੀ ਹੈ. We can detect the presence of proteins in the food products by a simple test. ਅਸੀਂ ਇੱਕ ਬਹੁਤ ਹੀ ਸੌਖੇ ਪ੍ਰੀਖਣ ਰਾਹੀਂ ਭੋਜਨ ਪਦਾਰਥਾਂ ਵਿੱਚ ਪ੍ਰੋਟੀਨ ਦੀ ਮੌਜੂਦਗੀ ਦਾ ਪਤਾ ਕਰ ਸਕਦੇ ਹਾਂ. ਐਕਟੀਵਿਟੀ ਸੈਕਿੰਡ, ਟੂ ਟੈਸਟ ਦਾ ਪ੍ਰੈਜ਼ੈਂਸ ਆਫ ਪ੍ਰੋਟੀਨਸ ਇਨ ਫੂਡ ਆਈਟਮਸ. ਭੋਜਨ ਪਦਾਰਥਾਂ ਵਿੱਚ ਪ੍ਰੋਟੀਨ ਦੀ ਮੌਜੂਦਗੀ ਦੀ ਪਰਖ ਕਰਨਾ. ਮਟੀਰੀਅਲ ਰਿਕੁਆਇਰਡ, ਲੋੜੀਂਦੀ ਸਮੱਗਰੀ. ਐਨੀ ਫੂਡ ਆਈਟਮ ਕੰਟੇਨਿੰਗ ਪ੍ਰੋਟੀਨਸ ਲਾਈਕ ਬੋਇਲਡ ਐਗ, ਮੂੰਗ ਦਾਲ, ਸੋਇਆਬੀਨ, ਕਾਪਰ ਸਲਫੇਟ, ਕਾਸਟਿਕ ਸੋਡਾ, ਟੈਸਟ ਟਿਊਬ, ਡ੍ਰੌਪਰ, ਬੀਕਰ. ਪ੍ਰੋਟੀਨ ਯੁਕਤ ਕੋਈ ਵੀ ਭੋਜਨ ਪਦਾਰਥ ਜਿਵੇਂ ਉਬਲਿਆ ਹੋਇਆ ਆਂਡਾ, ਮੂੰਗੀ ਦੀ ਦਾਲ, ਸੋਇਆਬੀਨ, ਕਾਪਰ ਸਲਫੇਟ, ਕਾਸਟਿਕ ਸੋਡਾ, ਪਰਖ ਨਲੀ, ਡ੍ਰੌਪਰ, ਬੀਕਰ. ਮੈਥਡ, ਵਿਧੀ. ਟੇਕ ਅ ਸਮਾਲ ਕੁਆਂਟੀਟੀ ਆਫ ਫੂਡ ਆਈਟਮ ਸੇ ਸੋਇਆਬੀਨ. ਥੋੜੀ ਜਿਹੀ ਮਾਤਰਾ ਵਿੱਚ ਭੋਜਨ ਪਦਾਰਥ ਜਿਵੇਂ ਸੋਇਆਬੀਨ ਲਓ. ਗ੍ਰਾਈਂਡ ਇਟ ਟੂ ਮੇਕ ਪਾਊਡਰ. ਇਸ ਨੂੰ ਪੀਸ ਕੇ ਪਾਊਡਰ ਬਣਾ ਲਓ. ਪੁੱਟ ਦ ਪਾਊਡਰ ਇਨ ਟੈਸਟ ਟਿਊਬ. ਇਸ ਪਾਊਡਰ ਨੂੰ ਪਰਖ ਨਲੀ ਵਿੱਚ ਪਾਓ. ਐਂਡ ਐਡ ਫਿਊ ਡ੍ਰੌਪਸ ਆਫ ਵਾਟਰ ਇਨ ਇਟ. ਅਤੇ ਇਸ ਵਿੱਚ ਕੁਝ ਬੂੰਦਾਂ ਪਾਣੀ ਦੀਆਂ ਮਿਲਾ ਦਿਓ. ਨਾਓ ਵਿਦ ਦ ਹੈਲਪ ਆਫ ਡ੍ਰੌਪਰ ਐਡ 2 drops of copper sulfate and 10 drops of caustic soda solution to the test tube. ਇਸ ਉਪਰੰਤ ਡ੍ਰੌਪਰ ਦੀ ਸਹਾਇਤਾ ਨਾਲ ਇਸ ਵਿੱਚ 2 ਬੂੰਦਾਂ ਕਾਪਰ ਸਲਫੇਟ ਅਤੇ 10 ਬੂੰਦਾਂ ਕਾਸਟਿਕ ਸੋਡੇ ਦੇ ਘੋਲ ਦੀਆਂ ਪਾਓ. ਸ਼ੇਕ ਵੈਲ ਐਂਡ ਲੈਟ ਇਟ ਸਟੈਂਡ ਫॉर few minutes. ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਕੁਝ ਮਿੰਟਾਂ ਲਈ ਇਸ ਤਰ੍ਹਾਂ ਪਿਆ ਰਹਿਣ ਦਿਓ. ਆਬਜ਼ਰਵੇਸ਼ਨ, ਨਿਰੀਖਣ. The color of solution in test tube will change to violet. ਪਰਖ ਨਲੀ ਵਿਚਲੇ ਘੋਲ ਦਾ ਰੰਗ ਜਾਮਣੀ ਹੋ ਜਾਵੇਗਾ. Conclusion, sitta. Appearance of violet color indicates the presence of protein in food item. ਜਾਮਣੀ ਰੰਗ ਦੀ ਹੋਂਦ ਭੋਜਨ ਪਦਾਰਥਾਂ ਵਿੱਚ ਪ੍ਰੋਟੀਨ ਦੀ ਮੌਜੂਦਗੀ ਨੂੰ ਦਰਸਾਉਂਦੀ ਹੈ. You can perform this activity with other food items like ਮੂੰਗ ਦਾਲ, boiled egg and peas. ਤੁਸੀਂ ਇਸ ਕਿਰਿਆ ਨੂੰ ਹੋਰ ਭੋਜਨ ਪਦਾਰਥਾਂ ਜਿਵੇਂ ਮੂੰਗੀ ਦੀ ਦਾਲ, ਉਬਲੇ ਹੋਏ ਆਂਡੇ ਅਤੇ ਮਟਰਾਂ ਨਾਲ ਵੀ ਕਰਕੇ ਵੇਖ ਸਕਦੇ ਹੋ. Think and answer. ਸੋਚੋ ਅਤੇ ਉੱਤਰ ਦਿਓ. Name the chemicals used to test the presence of proteins in food. ਭੋਜਨ ਵਿੱਚ ਪ੍ਰੋਟੀਨ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਕਿਹੜੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ? Copper sulfate and caustic soda. Name any 2 food items containing protein. Moong dal, boiled egg. Next, fats. Like carbohydrates, fats also provide energy to body. Carbohydrates ਦੀ ਤਰ੍ਹਾਂ ਚਰਬੀ ਵੀ ਸਰੀਰ ਨੂੰ ਊਰਜਾ ਪ੍ਰਦਾਨ ਕਰਦੀ ਹੈ. So foods rich in fats are also called energy giving foods. ਇਸ ਲਈ ਚਰਬੀ ਭਰਪੂਰ ਭੋਜਨ ਨੂੰ ਊਰਜਾ ਦੇਣ ਵਾਲਾ ਭੋਜਨ ਕਿਹਾ ਜਾਂਦਾ ਹੈ. Sources of fats. ਚਰਬੀ ਦੇ ਸਰੋਤ. We obtain fats from both plants and animals. ਅਸੀਂ ਪੌਦਿਆਂ ਅਤੇ ਜਾਨਵਰਾਂ ਦੋਵਾਂ ਤੋਂ ਹੀ ਚਰਬੀ ਪ੍ਰਾਪਤ ਕਰਦੇ ਹਾਂ. Plant sources of fats are vegetables, oils like mustard oil, coconut oil and sunflower oil. ਇਸ ਤੋਂ ਇਲਾਵਾ ਬਦਾਮ, ਕਾਜੂ, ਮੂੰਗਫਲੀ ਅਤੇ ਤਿਲਾਂ ਆਦਿ ਵਿੱਚ ਵੀ ਚਰਬੀ ਮੌਜੂਦ ਹੁੰਦੀ ਹੈ. Cashew, almond, groundnut and sesame seeds also contain fats. ਇਹਨਾਂ ਤੋਂ ਇਲਾਵਾ ਬਦਾਮ, ਕਾਜੂ, ਮੂੰਗਫਲੀ ਅਤੇ ਤਿਲਾਂ ਆਦਿ ਵਿੱਚ ਵੀ ਚਰਬੀ ਮੌਜੂਦ ਹੁੰਦੀ ਹੈ. Animal sources of fats are meat, eggs, fish, milk and milk products like butter, ghee, etc. ਚਰਬੀ ਦੇ ਜੰਤੂ ਸਰੋਤਾਂ ਵਿੱਚ ਮੀਟ, ਆਂਡੇ, ਮੱਛੀ, ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ ਜਿਵੇਂ ਮੱਖਣ, ਘਿਓ ਆਦਿ ਸ਼ਾਮਿਲ ਹਨ. Importance of fats. ਚਰਬੀ ਦੀ ਮਹੱਤਤਾ. Fats provide us energy. ਚਰਬੀ ਸਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਦੀ ਹੈ. Fats are stored under the skin and prevent heat loss from body surface. ਚਰਬੀ ਚਮੜੀ ਦੇ ਹੇਠਾਂ ਜਮ੍ਹਾਂ ਹੁੰਦੀ ਹੈ ਅਤੇ ਸਰੀਰ ਦੀ ਉੱਪਰਲੀ ਸਤ੍ਹਾ ਤੋਂ ਹੋਣ ਵਾਲੇ ਤਾਪ ਦੇ ਨੁਕਸਾਨ ਨੂੰ ਰੋਕਦੀ ਹੈ. Like carbohydrates and proteins, the presence of fats in various food items can also be detected by a very simple test.
ਪ੍ਰੋਟੀਨ ਅਤੇ ਕਾਰਬੋਹਾਈਡਰੇਟਸ ਦੀ ਤਰ੍ਹਾਂ ਹੀ ਭੋਜਨ ਪਦਾਰਥਾਂ ਵਿੱਚ ਚਰਬੀ ਦੀ ਮੌਜੂਦਗੀ ਦੀ ਪਰਖ ਵੀ ਸਰਲ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਐਕਟੀਵਿਟੀ 3 ਕਿਰਿਆ ਤੀਸਰੀ ਟੂ ਟੈਸਟ ਦਾ ਪ੍ਰੈਜ਼ੈਂਸ ਆਫ ਫੈਟਸ ਇਨ ਗਿਵਨ ਫੂਡ ਆਈਟਮ। ਦਿੱਤੇ ਗਏ ਭੋਜਨ ਪਦਾਰਥ ਵਿੱਚ ਚਰਬੀ ਦੀ ਮੌਜੂਦਗੀ ਦੀ ਪਰਖ ਕਰਨਾ। ਮਟੀਰੀਅਲ ਰਿਕੁਆਇਰਡ ਲੋੜੀਂਦੀ ਸਮੱਗਰੀ ਅ ਪੀਸ ਆਫ ਪੇਪਰ, ਫੂਡ ਆਈਟਮ ਲਾਈਕ ਕੈਸ਼ੀਓ, ਗਰਾਊਂਡਨਟ ਐਟਸੈਟਰਾ। ਕਾਗਜ਼ ਦਾ ਟੁਕੜਾ, ਭੋਜਨ ਪਦਾਰਥ ਜਿਵੇਂ ਕਿ ਕਾਜੂ, ਮੂੰਗਫਲੀ ਆਦਿ। ਮੈਥਡ ਵਿਧੀ ਟੇਕ ਅ ਸਮਾਲ ਕੁਆਂਟੀਟੀ ਆਫ ਫੂਡ ਲਾਈਕ ਕੈਸ਼ੀਓ ਔਰ ਗਰਾਊਂਡਨਟ। ਕਾਜੂ ਜਾਂ ਮੂੰਗਫਲੀ ਦੀ ਥੋੜੀ ਜਿਹੀ ਮਾਤਰਾ ਲਓ। ਰੈਪ ਇਟ ਇਨ ਅ ਪੀਸ ਆਫ ਪੇਪਰ ਐਂਡ ਕ੍ਰਸ਼ ਇਟ। ਇਸ ਨੂੰ ਕਾਗਜ਼ ਵਿੱਚ ਲਪੇਟ ਕੇ ਪੱਥਰ ਦੇ ਟੁਕੜੇ ਨਾਲ ਪੀਸੋ। ਟੇਕ ਕੇਅਰ ਦੈਟ ਪੇਪਰ ਡਜ਼ ਨੋਟ ਟੀਅਰ। ਇਸ ਗੱਲ ਦਾ ਧਿਆਨ ਰੱਖੋ ਕਿ ਕਾਗਜ਼ ਫਟ ਨਾ ਜਾਏ। ਨਾਓ ਰਿਮੂਵ ਦ ਕ੍ਰਸ਼ਡ ਕੈਸ਼ੀਓ ਫਰੋਮ ਪੇਪਰ ਐਂਡ ਆਬਜ਼ਰਵ ਦ ਪੇਪਰ ਕੇਅਰਫੁਲੀ। ਪੀਸੇ ਹੋਏ ਕਾਜੂਆਂ ਨੂੰ ਕਾਗਜ਼ ਵਿੱਚੋਂ ਬਾਹਰ ਕੱਢ ਲਓ ਅਤੇ ਕਾਗਜ਼ ਦਾ ਧਿਆਨ ਨਾਲ ਨਿਰੀਖਣ ਕਰੋ। ਡੂ ਯੂ ਸੀ ਐਨੀ oily patch on it? ਕੀ ਤੁਸੀਂ ਇਸ ਉੱਪਰ ਕੋਈ ਤੇਲ ਦਾ ਧੱਬਾ ਵੇਖਦੇ ਹੋ? ਆਬਜ਼ਰਵੇਸ਼ਨ ਨਿਰੀਖਣ। You will observe oily patches on paper and paper looks translucent. ਕਾਗਜ਼ ਉੱਪਰ ਤੇਲ ਵਰਗੇ ਧੱਬੇ ਦਿਖਦੇ ਹਨ ਅਤੇ ਕਾਗਜ਼ ਅਲਪ ਪਾਰਦਰਸ਼ੀ ਦਿਖਾਈ ਦਿੰਦਾ ਹੈ। Conclusion ਸਿੱਟਾ Presence of oily patch on paper shows the presence of fats in given food item. ਕਾਗਜ਼ ਉੱਤੇ ਤੇਲ ਵਰਗੇ ਧੱਬਿਆਂ ਦਾ ਬਣਨਾ ਭੋਜਨ ਪਦਾਰਥਾਂ ਵਿੱਚ ਚਰਬੀ ਦੀ ਮੌਜੂਦਗੀ ਨੂੰ ਦਰਸਾਉਂਦਾ ਹੈ। ਥਿੰਕ ਐਂਡ ਆਨਸਰ ਸੋਚੋ ਅਤੇ ਉੱਤਰ ਦਿਓ। ਵਾਈ ਪੇਪਰ ਬਿਕਮਸ ਟ੍ਰਾਂਸਲੂਸੈਂਟ ਵੈਨ ਵੀ ਕ੍ਰਸ਼ ਕੈਸ਼ਿਊ ਔਨ ਇਟ? ਬਿਕਾਜ਼ ਆਫ ਪ੍ਰੈਜ਼ੈਂਸ ਆਫ oil. Name any 2 food items that contain fats, cashew and groundnut. ਨੈਕਸਟ ਟੇਬਲ 2.1 ਸਾਰਨੀ 2.1। ਸੋ ਇਹਦੇ ਵਿੱਚ ਮਿਨਰਲ ਦਿੱਤੇ ਹੋਏ ਹਨ ਯਾਨੀ ਖਣਿਜ ਪਦਾਰਥ ਤੇ ਉਹਨਾਂ ਦੇ ਸੋਰਸ ਕੀ ਹਨ ਯਾਨੀ ਸਰੋਤ ਕੀ ਹਨ ਤੇ ਉਹਨਾਂ ਦਾ ਫੰਕਸ਼ਨ ਭਾਵੇਂ ਕੰਮ ਕੀ ਆਉਂਦੇ ਹਨ ਉਹਨਾਂ ਬਾਰੇ ਅੱਜ ਦੱਸਿਆ ਗਿਆ ਹੈ। ਸੋ ਪਹਿਲਾ ਮਿਨਰਲ ਹੈ ਆਇਰਨ ਯਾਨੀ ਲੋਹਾ। ਇਹ ਮਿਲਦਾ ਕਿੱਥੋਂ ਹੈ? ਲੀਫੀ ਵੈਜੀਟੇਬਲਸ, ਫਰੂਟਸ, ਜੈਗਰੀ ਪੱਤਿਆਂ ਵਾਲੀਆਂ ਸਬਜ਼ੀਆਂ, ਫਲ ਤੇ ਗੁੜ ਤੋਂ ਇਹ ਮਿਲਦਾ ਹੈ। ਫੰਕਸ਼ਨ ਕੀ ਹੈ? ਨੀਡਡ ਫॉर ਫਾਰਮੇਸ਼ਨ ਆਫ ਹੀਮੋਗਲੋਬਿਨ ਇਨ ਬੋਡੀ। ਸਰੀਰ ਵਿੱਚ ਹੀਮੋਗਲੋਬਿਨ ਦੇ ਬਣਨ ਲਈ ਲੋੜੀਂਦਾ ਹੈ। ਨੈਕਸਟ ਕੈਲਸ਼ੀਅਮ, ਮਿਲਕ ਐਂਡ ਮਿਲਕ ਪ੍ਰੋਡਕਟਸ, ਐਗਸ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਤੇ ਆਂਡਿਆਂ ਤੋਂ ਮਿਲਦਾ ਹੈ। ਨੀਡਡ ਫॉर ਫਾਰਮੇਸ਼ਨ ਆਫ ਬੋਨਸ ਹੱਡੀਆਂ ਦੇ ਬਣਨ ਲਈ ਇਹ ਜ਼ਰੂਰੀ ਹੈ। ਫਾਸਫੋਰਸ, ਮਿਲਕ, ਚੀਜ਼, ਬਨਾਨਾ, ਬਾਜਰਾ, ਨਟਸ ਦੁੱਧ, ਪਨੀਰ, ਕੇਲਾ, ਬਾਜਰਾ, ਮੂੰਗਫਲੀ ਇਹਦੇ ਸਰੋਤ ਹਨ। ਪ੍ਰੋਵਾਈਡ ਸਟਰੈਂਥ ਟੂ ਬੋਨਸ ਐਂਡ ਟੀਥ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤੀ ਦਿੰਦਾ ਹੈ। ਆਇਓਡੀਨ, ਆਇਓਡਾਈਜ਼ਡ ਸਾਲਟ, ਸੀ ਫੂਡ, ਗ੍ਰੀਨ ਲੀਫੀ ਵੈਜੀਟੇਬਲਸ ਆਇਓਡੀਨ ਯੁਕਤ ਨਮਕ, ਸਮੁੰਦਰੀ ਭੋਜਨ, ਹਰੀਆਂ ਪੱਤੇਦਾਰ ਸਬਜ਼ੀਆਂ ਇਹਦੇ ਸਰੋਤ ਹਨ। essential for normal functioning of thyroid gland ਥਾਇਰਾਇਡ ਗ੍ਰੰਥੀ ਦੇ ਠੀਕ ਢੰਗ ਨਾਲ ਕੰਮ ਕਰਨ ਲਈ ਜ਼ਰੂਰੀ ਹੈ। ਨੈਕਸਟ ਮਿਨਰਲਸ, ਖਣਿਜ ਪਦਾਰਥ। ਮਿਨਰਲਸ ਆਰ ਨੀਡਡ ਫॉर ਗੁੱਡ ਹੈਲਥ ਐਂਡ ਪ੍ਰੋਪਰ ਗਰੋਥ ਆਫ ਬੋਡੀ। ਖਣਿਜ ਪਦਾਰਥ ਸਾਡੀ ਚੰਗੀ ਸਿਹਤ ਅਤੇ ਸਰੀਰ ਦੇ ਉਚਿਤ ਵਾਧੇ ਲਈ ਜ਼ਰੂਰੀ ਹੁੰਦੇ ਹਨ। Minerals do not provide energy to body and are needed in very small quantity. ਖਣਿਜ ਪਦਾਰਥ ਸਾਡੇ ਸਰੀਰ ਨੂੰ ਊਰਜਾ ਪ੍ਰਦਾਨ ਨਹੀਂ ਕਰਦੇ ਅਤੇ ਸਾਡੇ ਸਰੀਰ ਵਿੱਚ ਖਣਿਜ ਪਦਾਰਥਾਂ ਦੀ ਬਹੁਤ ਘੱਟ ਮਾਤਰਾ ਵਿੱਚ ਜ਼ਰੂਰਤ ਹੁੰਦੀ ਹੈ। ਆਇਰਨ, ਕੈਲਸ਼ੀਅਮ, ਆਇਓਡੀਨ ਐਂਡ ਫਾਸਫੋਰਸ ਆਰ ਇੰਪੋਰਟੈਂਟ ਮਿਨਰਲਸ ਫॉर ਆਰ ਬੋਡੀ। ਸਾਡੇ ਸਰੀਰ ਵਿੱਚ ਲੋੜੀਂਦੇ ਮੁੱਖ ਖਣਿਜ ਪਦਾਰਥ ਲੋਹਾ, ਕੈਲਸ਼ੀਅਮ, ਆਇਓਡੀਨ ਅਤੇ ਫਾਸਫੋਰਸ ਹਨ। Sources and functions of these minerals are discussed in table 2.1. ਇਹਨਾਂ ਖਣਿਜ ਪਦਾਰਥਾਂ ਦੇ ਸਰੋਤਾਂ ਤੇ ਕੰਮਾਂ ਬਾਰੇ ਸਾਰਣੀ 2.1 ਵਿੱਚ ਦੱਸਿਆ ਗਿਆ ਹੈ। Next, vitamins. Vitamins are essential for proper functioning of our body. ਸਾਡੇ ਸਰੀਰ ਦੇ ਸਹੀ ਢੰਗ ਨਾਲ ਕੰਮ ਕਰਦੇ ਰਹਿਣ ਲਈ ਵਿਟਾਮਿਨ ਜ਼ਰੂਰੀ ਹੁੰਦੇ ਹਨ। ਲਾਈਕ ਮਿਨਰਲਸ ਦੇ ਆਰ ਆਲਸੋ ਰਿਕੁਆਇਰਡ ਇਨ ਵੈਰੀ ਸਮਾਲ ਕੁਆਂਟੀਟੀ ਐਂਡ ਆਲਸੋ ਡੂ ਨਾਟ ਪ੍ਰੋਵਾਈਡ ਐਨੀ ਐਨਰਜੀ ਟੂ ਬੋਡੀ। ਖਣਿਜ ਪਦਾਰਥਾਂ ਦੀ ਤਰ੍ਹਾਂ ਹੀ ਵਿਟਾਮਿਨ ਵੀ ਬਹੁਤ ਘੱਟ ਮਾਤਰਾ ਵਿੱਚ ਲੋੜੀਂਦੇ ਹਨ ਅਤੇ ਇਹ ਸਾਡੇ ਸਰੀਰ ਨੂੰ ਊਰਜਾ ਪ੍ਰਦਾਨ ਨਹੀਂ ਕਰਦੇ। Some important vitamins along with their sources and functions are discussed in table 2.2.
ਕੁਝ ਮੁੱਖ ਵਿਟਾਮਿਨਾਂ, ਉਹਨਾਂ ਦੇ ਸਰੋਤਾਂ ਅਤੇ ਕੰਮਾਂ ਬਾਰੇ ਸਾਰਣੀ 2.2 ਵਿੱਚ ਦੱਸਿਆ ਗਿਆ ਹੈ। ਓਕੇ, ਟੇਬਲ 2.2 ਵਿਟਾਮਿਨ A, B, C ਤੇ ਉਹਦੇ ਅੱਗੇ ਸੋਰਸਿਸ ਲਿਖੇ ਹਨ ਤੇ ਉਹਨਾਂ ਦੇ ਫੰਕਸ਼ਨਸ ਕੀ ਹਨ, ਆਓ ਆਪਾਂ ਪੜ੍ਹਦੇ ਹਾਂ। ਵਿਟਾਮਿਨ A ਸੋਰਸ ਕੀ ਹੈ? ਐਗਸ, ਮੀਟ, ਮਿਲਕ, ਚੀਜ਼, ਗ੍ਰੀਨ ਲੀਫੀ ਵੈਜੀਟੇਬਲਸ, ਕੈਰਟ, ਪਪਾਇਆ। ਸੋ ਵਿਟਾਮਿਨ A ਦੇ ਸਰੋਤ ਹਨ ਆਂਡੇ, ਮੀਟ, ਦੁੱਧ, ਹਰੀਆਂ ਪੱਤੇਦਾਰ ਸਬਜ਼ੀਆਂ, ਗਾਜਰ, ਪਪੀਤਾ। ਇਹਨਾਂ ਦੇ ਕੰਮ ਕੀ ਹਨ? ਨੀਡਡ ਫॉर ਮੇਨਟੇਨਿੰਗ ਹੈਲਦੀ ਆਈਜ਼ ਐਂਡ ਸਕਿਨ, ਚਮੜੀ ਅਤੇ ਅੱਖਾਂ ਨੂੰ ਠੀਕ ਰੱਖਣ ਲਈ ਜ਼ਰੂਰੀ ਹੈ। ਵਿਟਾਮਿਨ B ਮਿਲਕ, ਗ੍ਰੀਨ ਵੈਜੀਟੇਬਲਸ, ਪੀਸ, ਐਗਸ, ਸੀਰੀਅਲਸ, ਮਸ਼ਰੂਮਸ, ਦੁੱਧ, ਹਰੀਆਂ ਸਬਜ਼ੀਆਂ, ਮਟਰ, ਆਂਡੇ ਆਦਿ ਇਹਨਾਂ ਦੇ ਸਰੋਤ ਹਨ। required for normal growth and functioning of central nervous system, digestive system, ਪਾਚਨ ਪ੍ਰਣਾਲੀ, ਕੇਂਦਰੀ ਨਾੜੀ ਪ੍ਰਣਾਲੀ ਅਤੇ ਸਰੀਰ ਦੇ ਸਹੀ ਵਾਧੇ ਲਈ ਜ਼ਰੂਰੀ ਹੈ। ਵਿਟਾਮਿਨ C ਸਿਟਰਸ ਫਰੂਟਸ, ਲੈਮਨ, ਔਰੇਂਜ, ਆਮਲਾ, ਟੋਮੈਟੋ, ਬਰੋਕਲੀ। ਸੋ ਇਹਦੇ ਸੋਰਸਿਸ ਹਨ ਖੱਟੇ ਫਲ, ਨਿੰਬੂ, ਸੰਤਰਾ, ਔਲਾ, ਟਮਾਟਰ, ਬਰੋਕਲੀ ਆਦਿ। ਫੰਕਸ਼ਨਸ ਹਨ ਹੈਲਪਸ ਅਸ ਟੂ ਫਾਈਟ ਅਗੇਂਸਟ ਡਿਜ਼ੀਜ਼, ਬਿਮਾਰੀਆਂ ਨਾਲ ਲੜਨ ਵਿੱਚ ਸਾਡੀ ਸਹਾਇਤਾ ਕਰਦਾ ਹੈ। ਵਿਟਾਮਿਨ D ਇਹਦਾ ਸੋਰਸ ਹੈ ਡੇਅਰੀ ਪ੍ਰੋਡਕਟਸ, ਫਿਸ਼, ਲੀਵਰ ਆਇਲ, ਐਕਸਪੋਜਰ ਟੂ ਸਨਲਾਈਟ, ਡੇਅਰੀ ਉਤਪਾਦ, ਮੱਛੀ ਦੇ ਜਿਗਰ ਦਾ ਤੇਲ, ਸੂਰਜ ਦੀ ਰੋਸ਼ਨੀ ਇਹਦੇ ਸੋਰਸ ਹਨ। ਤੇ ਫੰਕਸ਼ਨਸ ਹਨ ਰਿਕੁਆਇਰਡ ਫॉर ਹੈਲਦੀ ਬੋਨਸ ਐਂਡ ਟੀਥ, ਸਿਹਤਮੰਦ ਅਸਥੀ ਪਿੰਜਰ ਅਤੇ ਦੰਦਾਂ ਲਈ ਇਹ ਜ਼ਰੂਰੀ ਹੈ। ਵਿਟਾਮਿਨ E nuts such as almonds and peanut, vegetable oils such as sunflower and soyabean oils, leafy vegetables such as spinach and broccoli ਇਹਦੇ ਸੋਰਸ ਹਨ। ਬਦਾਮ ਅਤੇ ਮੂੰਗਫਲੀ ਦੀਆਂ ਗਿਰੀਆਂ, ਬੀਜਾਂ ਦਾ ਤੇਲ ਜਿਵੇਂ ਸੂਰਜਮੁਖੀ ਅਤੇ ਸੋਇਆਬੀਨ, ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ ਅਤੇ ਬਰੋਕਲੀ ਇਹਦੇ ਕੰਮ ਹਨ। It protects cells from damage and help in lowering a variety of health problems. ਇਹ ਸੈੱਲਾਂ ਨੂੰ ਟੁੱਟ ਭੱਜ ਤੋਂ ਬਚਾਉਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਵੀ ਘਟਾਉਣ ਵਿੱਚ ਮਦਦ ਕਰਦਾ ਹੈ। ਵਿਟਾਮਿਨ K, ਹੁਣ ਵਿਟਾਮਿਨ K ਦਾ ਦੇਖਦੇ ਹਾਂ ਦਾ ਸੋਰਸ ਕੀ ਹੈ। green leafy vegetables such as spinach, turnip, mustard, broccoli, cauliflower and cabbage. Fish, meat, eggs and cereals contain smaller amounts. ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਸ਼ਲਗਮ, ਸਰੋਂ, ਬਰੋਕਲੀ, ਫੁੱਲ ਗੋਭੀ ਅਤੇ ਪੱਤਾ ਗੋਭੀ, ਮੱਛੀ, ਮੀਟ ਅਤੇ ਆਂਡੇ ਅਤੇ ਅਨਾਜ ਵਿੱਚ ਇਹ ਘੱਟ ਮਾਤਰਾ ਵਿੱਚ ਮੌਜੂਦ ਹੁੰਦਾ ਹੈ। ਫੰਕਸ਼ਨ ਨੀਡਡ ਫॉर ਬਲੱਡ ਕਲੌਟਿੰਗ, ਖੂਨ ਦੇ ਜੰਮਣ ਵਿੱਚ ਸਹਾਈ ਹੁੰਦਾ ਹੈ। ਬਿਸਾਈਡਸ ਥੀਸ ਨਿਊਟ੍ਰੀਐਂਟਸ ਵੀ ਨੀਡ ਰਫੇਜ ਐਂਡ ਵਾਟਰ ਆਲਸੋ। ਇਹਨਾਂ ਪੌਸ਼ਟਿਕ ਤੱਤਾਂ ਤੋਂ ਇਲਾਵਾ ਸਾਨੂੰ ਮੋਟੇ ਆਹਾਰ ਅਤੇ ਪਾਣੀ ਦੀ ਵੀ ਜ਼ਰੂਰਤ ਹੁੰਦੀ ਹੈ। ਨੈਕਸਟ, ਰਫੇਜ, ਮੋਟਾ ਆਹਾਰ। The fibrous indigestible material present in food is termed as roughage. ਭੋਜਨ ਵਿੱਚ ਮੌਜੂਦ ਰੇਸ਼ੇਦਾਰ ਅਤੇ ਨਾ ਪਾਚਣਯੋਗ ਪਦਾਰਥ ਨੂੰ ਮੋਟਾ ਆਹਾਰ ਕਹਿੰਦੇ ਹਨ। ਸੋਰਸਿਸ ਆਫ ਰਫੇਜ, ਮੋਟੇ ਆਹਾਰ ਦੇ ਸਰੋਤ। ਫਰੂਟਸ, vegetables used as salad like carrot, radish, cabbage and turnip, whole grains, pulses, half crushed grains as dalia are sources of roughage for us. ਫਲ, ਸਲਾਦ ਦੀ ਤਰ੍ਹਾਂ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ ਜਿਵੇਂ ਗਾਜਰ, ਮੂਲੀ, ਗੋਭੀ ਅਤੇ ਸ਼ਲਗਮ, ਦਾਣੇ, ਸਾਬਤ ਦਾਲਾਂ ਆਦਿ ਸਾਡੇ ਲਈ ਮੋਟੇ ਆਹਾਰ ਦੇ ਸਰੋਤ ਹਨ। ਫੰਕਸ਼ਨਸ ਆਫ ਰਫੇਜ, ਮੋਟੇ ਆਹਾਰ ਦੇ ਕੰਮ। ਇਟ ਡਸ ਨਾਟ ਪ੍ਰੋਵਾਈਡ ਐਨੀ ਨਿਊਟ੍ਰੀਐਂਟ ਟੂ ਬੋਡੀ ਬਟ ਇਟ ਇਜ਼ ਐਸੈਂਸ਼ੀਅਲ ਕੰਪੋਨੈਂਟ ਆਫ ਆਰ ਫੂਡ। ਇਹ ਸਾਡੇ ਸਰੀਰ ਨੂੰ ਕੋਈ ਪੋਸ਼ਕ ਤੱਤ ਪ੍ਰਦਾਨ ਨਹੀਂ ਕਰਦੇ, ਪਰੰਤੂ ਇਹ ਸਾਡੇ ਭੋਜਨ ਦਾ ਇੱਕ ਜ਼ਰੂਰੀ ਤੱਤ ਹਨ। ਇਟ ਹੈਲਪਸ ਅਸ ਇਨ ਫੋਲੋਇੰਗ ਵੇਜ਼, ਇਹ ਹੇਠ ਲਿਖੇ ਢੰਗਾਂ ਨਾਲ ਸਾਡੀ ਸਹਾਇਤਾ ਕਰਦੇ ਹਨ। ਇਟ ਹੈਲਪਸ ਆਰ ਬੋਡੀ ਟੂ ਗੈਟ ਰਿਡ ਆਫ indigestible food and prevents constipation. ਮੋਟਾ ਆਹਾਰ ਸਾਡੇ ਸਰੀਰ ਵਿੱਚ ਅਣਪਚੇ ਭੋਜਨ ਪਦਾਰਥਾਂ ਨੂੰ ਸਰੀਰ ਤੋਂ ਬਾਹਰ ਕੱਢਣ ਵਿੱਚ ਸਹਾਇਤਾ ਕਰਦਾ ਹੈ ਅਤੇ ਕਬਜ਼ ਹੋਣ ਤੋਂ ਬਚਾਉਂਦਾ ਹੈ। ਰਫੇਜ ਹੈਲਪਸ ਟੂ ਰਿਟੇਨ ਵਾਟਰ ਇਨ ਫੂਡ, ਮੋਟਾ ਆਹਾਰ ਸਰੀਰ ਵਿੱਚ ਪਾਣੀ ਦੀ ਕਮੀ ਹੋਣ ਤੋਂ ਬਚਾਉਂਦਾ ਹੈ। ਰਫੇਜ ਇਜ਼ ਐਨ ਇੰਪੋਰਟੈਂਟ ਫੂਡ ਸੋਰਸ ਫॉर growth of good bacteria in stomach. ਮੋਟਾ ਆਹਾਰ ਪੇਟ ਅੰਦਰ ਮਿੱਤਰ ਬੈਕਟੀਰੀਆ ਦੇ ਪੈਦਾ ਹੋਣ ਲਈ ਵੀ ਮਹੱਤਵਪੂਰਨ ਭੋਜਨ ਸਰੋਤ ਹੈ। ਨੈਕਸਟ, ਵਾਟਰ। ਵਾਟਰ ਇਜ਼ ਮੋਸਟ ਇੰਪੋਰਟੈਂਟ ਕੰਸਟੀਟਿਊਐਂਟ ਆਫ ਫੂਡ। ਪਾਣੀ ਸਾਡੇ ਭੋਜਨ ਦਾ ਮੁੱਖ ਅੰਸ਼ ਹੈ। ਇਟ ਇਜ਼ ਐਸੈਂਸ਼ੀਅਲ ਫॉर ਲਾਈਫ।
ਇਹ ਜੀਵਨ ਲਈ ਜ਼ਰੂਰੀ ਹੈ। ਇਟ ਹੈਲਪਸ ਅਸ ਇਨ ਫੋਲੋਇੰਗ ਵੇਜ਼। ਪਾਣੀ ਹੇਠ ਲਿਖੇ ਢੰਗਾਂ ਵਿੱਚ ਸਾਡੀ ਸਹਾਇਤਾ ਕਰਦਾ ਹੈ। ਵਾਟਰ ਹੈਲਪਸ ਅਸ ਇਨ ਐਬਜ਼ੌਰਪਸ਼ਨ ਆਫ ਨਿਊਟ੍ਰੀਐਂਟਸ ਫਰੋਮ ਫੂਡ। ਪਾਣੀ ਭੋਜਨ ਵਿੱਚੋਂ ਪੌਸ਼ਟਿਕ ਤੱਤਾਂ ਨੂੰ ਸੋਖਣ ਲਈ ਸਾਡੀ ਮਦਦ ਕਰਦਾ ਹੈ। ਇਟ ਹੈਲਪਸ ਅਸ ਟੂ ਗੈਟ ਰਿਡ ਆਫ ਵੇਸਟੇਜ ਫਰੋਮ ਬੋਡੀ ਇਨ ਦਾ ਫਾਰਮ ਆਫ ਯੂਰਿਨ ਐਂਡ ਸਵੈਟ। ਇਹ ਸਰੀਰ ਵਿੱਚ ਫਾਲਤੂ ਪਦਾਰਥਾਂ ਨੂੰ ਪਿਸ਼ਾਬ ਅਤੇ ਪਸੀਨੇ ਰਾਹੀਂ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। Our body needs 3-4 ਲੀਟਰਸ ਆਫ ਵਾਟਰ ਪਰ ਡੇ। ਸਾਡੇ ਸਰੀਰ ਨੂੰ ਰੋਜ਼ਾਨਾ 3 ਤੋਂ 4 ਲੀਟਰ ਪਾਣੀ ਦੀ ਜ਼ਰੂਰਤ ਹੁੰਦੀ ਹੈ। We get most of water from liquids like water, milk, tea, juice, etc. ਅਸੀਂ ਜ਼ਿਆਦਾਤਰ ਪਾਣੀ ਤਰਲ ਪਦਾਰਥਾਂ ਜਿਵੇਂ ਪਾਣੀ, ਦੁੱਧ, ਚਾਹ, ਜੂਸ ਆਦਿ ਤੋਂ ਪ੍ਰਾਪਤ ਕਰਦੇ ਹਾਂ। Besides this, many food items like fruits, vegetables also contain water. ਇਹਨਾਂ ਤੋਂ ਇਲਾਵਾ ਕਈ ਭੋਜਨ ਪਦਾਰਥ ਜਿਵੇਂ ਫਲ, ਸਬਜ਼ੀਆਂ ਆਦਿ ਵਿੱਚ ਵੀ ਪਾਣੀ ਮੌਜੂਦ ਹੁੰਦਾ ਹੈ। Next, balanced diet, ਸੰਤੁਲਿਤ ਆਹਾਰ। The food we eat in a day is our diet. ਇੱਕ ਦਿਨ ਵਿੱਚ ਅਸੀਂ ਜਿਸ ਮਾਤਰਾ ਵਿੱਚ ਭੋਜਨ ਖਾਂਦੇ ਹਾਂ ਉਹ ਸਾਡਾ ਆਹਾਰ ਹੈ। We must take a nutritious diet for proper growth and development of our body. ਸਰੀਰ ਦੇ ਉਚਿਤ ਵਾਧੇ ਅਤੇ ਵਿਕਾਸ ਲਈ ਪੌਸ਼ਟਿਕ ਆਹਾਰ ਲੈਣਾ ਜ਼ਰੂਰੀ ਹੁੰਦਾ ਹੈ। Our diet must have all the nutrients in a right quantity. ਆਹਾਰ ਵਿੱਚ ਸਾਰੇ ਪੋਸ਼ਕ ਤੱਤ ਉਚਿਤ ਮਾਤਰਾ ਵਿੱਚ ਮੌਜੂਦ ਹੋਣੇ ਚਾਹੀਦੇ ਹਨ। The diet that contains adequate amount of all the essential nutrients, roughage and water for proper growth and development of body is called balanced diet. ਅਜਿਹਾ ਭੋਜਨ ਜਿਸ ਵਿੱਚ ਸਰੀਰ ਦੇ ਵਾਧੇ ਅਤੇ ਵਿਕਾਸ ਲਈ ਲੋੜੀਂਦੇ ਪੋਸ਼ਕ ਤੱਤ, ਮੋਟਾ ਆਹਾਰ ਅਤੇ ਪਾਣੀ ਸਾਰੇ ਹੀ ਉਚਿਤ ਮਾਤਰਾ ਵਿੱਚ ਮੌਜੂਦ ਹੋਣ ਉਸ ਨੂੰ ਸੰਤੁਲਿਤ ਆਹਾਰ ਕਿਹਾ ਜਾਂਦਾ ਹੈ। Do you think that balanced diet is same for all people? ਕੀ ਸੰਤੁਲਿਤ ਆਹਾਰ ਸਾਰੇ ਲੋਕਾਂ ਲਈ ਇੱਕੋ ਜਿਹਾ ਹੀ ਹੁੰਦਾ ਹੈ? People of all ages need same type of diet? ਕੀ ਅਲੱਗ-ਅਲੱਗ ਉਮਰ ਦੇ ਵਿਅਕਤੀਆਂ ਨੂੰ ਇੱਕੋ ਜਿਹੇ ਆਹਾਰ ਦੀ ਲੋੜ ਹੁੰਦੀ ਹੈ? No, it is not so. ਨਹੀਂ, ਅਜਿਹਾ ਨਹੀਂ ਹੈ। Type of diet depends on the level of activity, status of health, age and gender. ਆਹਾਰ ਦੀ ਕਿਸਮ ਸਰੀਰਕ ਕਿਰਿਆ ਦੇ ਪੱਧਰ, ਸਿਹਤ, ਉਮਰ ਅਤੇ ਲਿੰਗ ਉੱਪਰ ਨਿਰਧਾਰਿਤ ਕਰਦੀ ਹੈ। A balanced diet for a person who has no or little physical activity will be different from a person who does a lot of physical work. ਇੱਕ ਵਿਅਕਤੀ ਜੋ ਬਿਲਕੁਲ ਹੀ ਘੱਟ ਸਰੀਰਕ ਕੰਮ ਕਰਦਾ ਹੈ, ਉਸ ਦਾ ਸੰਤੁਲਿਤ ਆਹਾਰ ਉਸ ਵਿਅਕਤੀ ਤੋਂ ਵੱਖਰਾ ਹੋਵੇਗਾ ਜਿਹੜਾ ਕਿ ਬਹੁਤ ਜ਼ਿਆਦਾ ਸਰੀਰਕ ਕੰਮ ਕਰਦਾ ਹੈ। ਬੈਲੈਂਸਡ ਡਾਈਟ ਡਿਪੈਂਡਸ ਔਨ ਰਿਕੁਆਇਰਮੈਂਟ ਆਫ ਬੋਡੀ। ਸੰਤੁਲਿਤ ਆਹਾਰ ਸਰੀਰ ਦੀ ਜ਼ਰੂਰਤ ਉੱਪਰ ਨਿਰਭਰ ਕਰਦਾ ਹੈ। ਗਰੋਇੰਗ ਚਿਲਡਰਨ, ਪ੍ਰੈਗਨੈਂਟ ਲੇਡੀਜ਼, lactating mothers and an athlete need more proteins than others. ਵਧਦੇ ਹੋਏ ਬੱਚਿਆਂ, ਗਰਭਵਤੀ ਔਰਤਾਂ, ਬੱਚਿਆਂ ਨੂੰ ਦੁੱਧ ਪਿਆਉਂਦੀਆਂ ਔਰਤਾਂ ਅਤੇ ਐਥਲੀਟਾਂ ਨੂੰ ਦੂਜਿਆਂ ਨਾਲੋਂ ਜ਼ਿਆਦਾ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। People doing more physical work on the other hand need more carbohydrates and fats for energy. ਇਸ ਤੋਂ ਉਲਟ ਸਰੀਰਕ ਤੌਰ ਤੇ ਜ਼ਿਆਦਾ ਕੰਮ ਕਰ ਰਹੇ ਵਿਅਕਤੀਆਂ ਨੂੰ ਊਰਜਾ ਲਈ ਕਾਰਬੋਹਾਈਡਰੇਟਸ ਅਤੇ ਚਰਬੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। To know more about different components of food, you must observe the various food items given to you in your school's midday meal. ਭੋਜਨ ਦੇ ਵੱਖ-ਵੱਖ ਤੱਤਾਂ ਬਾਰੇ ਹੋਰ ਜ਼ਿਆਦਾ ਜਾਣਨ ਲਈ ਤੁਹਾਨੂੰ ਆਪਣੇ ਸਕੂਲ ਦੇ ਮਿਡ ਡੇ ਮੀਲ ਵਿੱਚ ਬਣਦੇ ਵੱਖ-ਵੱਖ ਭੋਜਨ ਪਦਾਰਥਾਂ ਦਾ ਨਿਰੀਖਣ ਕਰਨਾ ਚਾਹੀਦਾ ਹੈ। The chapati and rice contains carbohydrates. ਰੋਟੀ ਅਤੇ ਚਾਵਲਾਂ ਵਿੱਚ ਕਾਰਬੋਹਾਈਡਰੇਟਸ ਮੌਜੂਦ ਹੁੰਦੇ ਹਨ। ਮੂੰਗ ਦਾਲ, ਗ੍ਰਾਮ ਐਂਡ ਗ੍ਰਾਮ ਫਲੋਰ ਕੰਟੇਨ ਪ੍ਰੋਟੀਨਸ। ਮੂੰਗੀ ਦੀ ਦਾਲ, ਛੋਲੇ ਅਤੇ ਵੇਸਣ ਵਿੱਚ ਪ੍ਰੋਟੀਨ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ। ਵੈਜੀਟੇਬਲ ਆਇਲਸ ਯੂਜ਼ਡ ਇਨ ਕੁਕਿੰਗ ਵੈਜੀਟੇਬਲਸ ਕੰਟੇਨ ਫੈਟਸ। ਸਬਜ਼ੀਆਂ ਨੂੰ ਪਕਾਉਣ ਲਈ ਵਰਤੇ ਜਾਂਦੇ ਤੇਲ ਅਤੇ ਘਿਓ ਵਿੱਚ ਚਰਬੀ ਜ਼ਿਆਦਾ ਹੁੰਦੀ ਹੈ। ਸੀਜ਼ਨਲ ਵੈਜੀਟੇਬਲਸ ਕੰਟੇਨ ਰਫੇਜ ਐਂਡ ਵਿਟਾਮਿਨਸ। ਮੌਸਮੀ ਸਬਜ਼ੀਆਂ ਵਿੱਚ ਮੋਟਾ ਆਹਾਰ ਅਤੇ ਵਿਟਾਮਿਨ ਹੁੰਦੇ ਹਨ। Similarly, you must make a list of nutrients in the food you take at home and discuss it with your class teacher. ਇਸੇ ਤਰ੍ਹਾਂ ਤੁਸੀਂ ਆਪਣੇ ਘਰ ਦੇ ਭੋਜਨ ਪਦਾਰਥਾਂ ਵਿੱਚ ਮੌਜੂਦ ਪੌਸ਼ਟਿਕ ਤੱਤਾਂ ਦੀ ਸੂਚੀ ਬਣਾਓ ਅਤੇ ਆਪਣੇ ਅਧਿਆਪਕ ਨਾਲ ਇਸ ਸੰਬੰਧੀ ਚਰਚਾ ਕਰੋ। Next, deficiency diseases.
ਤਰੁੱਟੀ ਰੋਗ। The food we consume must contain all the nutrients in required amount। ਜਿਹੜਾ ਭੋਜਨ ਅਸੀਂ ਲੈਂਦੇ ਹਾਂ ਉਸ ਵਿੱਚ ਸਾਰੇ ਪੌਸ਼ਟਿਕ ਤੱਤ ਲੋੜੀਂਦੀ ਅਤੇ ਉਚਿਤ ਮਾਤਰਾ ਵਿੱਚ ਮੌਜੂਦ ਹੋਣੇ ਚਾਹੀਦੇ ਹਨ। If we take any one of the nutrient in less than required amount, this will lead to deficiency of that nutrient in body। ਜੇਕਰ ਅਸੀਂ ਕਿਸੇ ਵੀ ਪੌਸ਼ਟਿਕ ਤੱਤ ਨੂੰ ਆਪਣੇ ਸਰੀਰ ਲਈ ਲੋੜੀਂਦੀ ਮਾਤਰਾ ਤੋਂ ਘੱਟ ਮਾਤਰਾ ਵਿੱਚ ਲੈਂਦੇ ਹਾਂ ਤਾਂ ਨਤੀਜੇ ਵਜੋਂ ਸਾਡੇ ਸਰੀਰ ਵਿੱਚ ਉਸ ਪੌਸ਼ਟਿਕ ਤੱਤ ਦੀ ਘਾਟ ਹੋ ਜਾਂਦੀ ਹੈ। Such malnutritions often lead to diseases। ਇਸ ਤਰ੍ਹਾਂ ਦੀ ਘਾਟ ਨਾਲ ਸਾਨੂੰ ਕਈ ਤਰ੍ਹਾਂ ਦੇ ਰੋਗ ਹੋ ਜਾਂਦੇ ਹਨ। The disease which is caused due to shortage of nutrients in our diet for long time is called deficiency disease। ਭੋਜਨ ਵਿੱਚ ਲੰਬੇ ਸਮੇਂ ਤੋਂ ਪੌਸ਼ਟਿਕ ਤੱਤਾਂ ਦੀ ਘਾਟ ਕਾਰਨ ਹੋਣ ਵਾਲੇ ਰੋਗਾਂ ਨੂੰ ਤਰੁੱਟੀ ਰੋਗ ਕਿਹਾ ਜਾਂਦਾ ਹੈ। Deficiency of proteins, carbohydrates, different vitamins and minerals results in certain deficiency diseases. Some of these are discussed below in table 2.3। ਪ੍ਰੋਟੀਨ ਕਾਰਬੋਹਾਈਡਰੇਟਸ ਵੱਖ-ਵੱਖ ਵਿਟਾਮਿਨ ਅਤੇ ਖਣਿਜ ਪਦਾਰਥਾਂ ਦੀ ਘਾਟ ਕਾਰਨ ਹੋਣ ਵਾਲੇ ਕੁਝ ਰੋਗਾਂ ਬਾਰੇ ਹੇਠਾਂ ਸਾਰਣੀ ਵਿੱਚ ਦੱਸਿਆ ਗਿਆ ਹੈ। ਓਕੇ, ਸਭ ਤੋਂ ਪਹਿਲਾਂ ਨਿਊਟ੍ਰੀਐਂਟ ਹੈ ਪ੍ਰੋਟੀਨ। ਸੋ ਜੇ ਇਹਦੀ ਡੈਫੀਸ਼ੀਐਂਸੀ ਹੋ ਜੇ, ਤਰੁੱਟੀ ਹੋ ਜੇ ਤਾਂ ਰੋਗ ਲੱਗਦਾ ਹੈ ਕੁਆਸ਼ੀਓਰਕਰ। ਇਹਦੇ ਸਿੰਪਟਮਸ ਕੀ ਹਨ, ਲੱਛਣ ਕੀ ਹਨ? ਸਟੰਟਡ ਗਰੋਥ ਯਾਨੀ ਧੀਮਾ ਸਰੀਰਕ ਵਿਕਾਸ, ਸਵੈਲਿੰਗ ਆਫ ਫੇਸ ਮੂੰਹ ਦਾ ਸੁੱਜਣਾ, ਡਰਾਈ ਸਕਿਨ ਚਮੜੀ ਦਾ ਖੁਸ਼ਕ ਹੋਣਾ, ਰਿਟੈਂਸ਼ਨ ਆਫ ਵਾਟਰ ਇਨ ਬੋਡੀ ਸਰੀਰ ਵਿੱਚ ਪਾਣੀ ਦਾ ਜਮ੍ਹਾਂ ਹੋਣਾ, ਡਿਸਕਲੋਰੇਸ਼ਨ ਆਫ ਹੇਅਰ ਵਾਲਾਂ ਦਾ ਸਫੇਦ ਹੋਣਾ। ਨੈਕਸਟ ਹੈ ਪ੍ਰੋਟੀਨਸ ਐਂਡ ਕਾਰਬੋਹਾਈਡਰੇਟਸ ਬੋਥ। ਜੇ ਇਹਨਾਂ ਦੋਨਾਂ ਦੀ ਘਾਟ ਹੋ ਜੇ ਤਾਂ ਕਿਹੜਾ ਰੋਗ ਹੁੰਦਾ? ਮੈਰਾਸਮਸ। ਤੇ ਇਹਦੇ ਲੱਛਣ ਕੀ ਹੁੰਦੇ ਹਨ? ਡਰਾਈ ਸਕਿਨ ਚਮੜੀ ਦਾ ਖੁਸ਼ਕ ਹੋਣਾ, ਸੰਕਨ ਆਈਜ਼ ਅੱਖਾਂ ਦਾ ਧੱਸ ਜਾਣਾ, ਪ੍ਰੋਮੀਨੈਂਟ ਰਿਬਸ ਉਭਰੀਆਂ ਹੋਈਆਂ ਪਸਲੀਆਂ, ਬੋਡੀ ਬਿਕਮਸ ਵੈਰੀ ਲੀਨ ਥਿਨ ਐਂਡ ਵੀਕ ਇਨਫ ਦੈਟ ਚਾਈਲਡ ਮੇ ਨੋਟ ਬੀ ਏਬਲ ਟੂ ਮੂਵ। ਸਰੀਰ ਇੰਨਾ ਜ਼ਿਆਦਾ ਕਮਜ਼ੋਰ ਅਤੇ ਪਤਲਾ ਹੋ ਜਾਂਦਾ ਹੈ ਕਿ ਬੱਚੇ ਲਈ ਤੁਰਨਾ ਫਿਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਵਿਟਾਮਿਨ ਏ। ਸੋ ਵਿਟਾਮਿਨ ਏ ਦੀ ਘਾਟ ਕਾਰਨ ਸਾਨੂੰ ਨਾਈਟ ਬਲਾਈਂਡਨੈਸ ਵਾਲਾ ਰੋਗ ਹੋ ਜਾਂਦਾ, ਮੀਨਸ ਅੰਧਰਾਤੇ ਦਾ ਰੋਗ ਹੋ ਜਾਂਦਾ ਹੈ। ਇਹਦੇ ਸਿੰਪਟਮਸ ਹਨ ਪੂਅਰ ਵਿਜ਼ਨ ਨਜ਼ਰ ਕਮਜ਼ੋਰ ਹੋਣਾ, ਅਨਏਬਲ ਟੂ ਸੀ ਇਨ ਡਾਰਕ ਹਨੇਰੇ ਵਿੱਚ ਦੇਖਣ ਦੇ ਅਯੋਗ ਹੋਣਾ। ਵਿਟਾਮਿਨ ਬੀ ਇਹਦੀ ਘਾਟ ਨਾਲ ਸਾਨੂੰ ਬੇਰੀ ਦਾ ਰੋਗ ਹੋ ਜਾਂਦਾ ਹੈ। ਸਿੰਪਟਮਸ ਹਨ ਵੀਕ ਮਸਲਸ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ, ਵੈਰੀ ਲੈਸ ਐਨਰਜੀ ਟੂ ਵਰਕ ਕੰਮ ਕਰਨ ਲਈ ਬਹੁਤ ਘੱਟ ਊਰਜਾ ਦਾ ਹੋਣਾ, ਲੋਸ ਆਫ ਐਪੇਟਾਈਟ ਐਂਡ ਵੇਟ ਭੁੱਖ ਘੱਟ ਲੱਗਣਾ, ਭਾਰ ਘਟ ਜਾਣਾ। ਵਿਟਾਮਿਨ ਸੀ ਦੀ ਘਾਟ ਨਾਲ ਸਾਨੂੰ ਸਕਰਵੀ ਰੋਗ ਲੱਗ ਜਾਂਦਾ ਹੈ। ਬਲੀਡਿੰਗ ਗਮਸ ਜਿਹਦੇ ਸਿੰਪਟਮ ਹਨ ਕਿ ਮਸੂੜਿਆਂ ਵਿੱਚੋਂ ਖੂਨ ਵਗਣ ਲੱਗ ਜਾਂਦਾ ਹੈ। ਵਿਟਾਮਿਨ ਡੀ ਦੀ ਘਾਟ ਨਾਲ ਸਾਨੂੰ ਰਿਕੇਟਸ ਰੋਗ ਲੱਗ ਜਾਂਦਾ ਹੈ। ਸਿੰਪਟਮ ਹਨ ਬੋਨਸ ਬਿਕਮ ਸੌਫਟ ਐਂਡ ਬੈਂਟ ਹੱਡੀਆਂ ਦਾ ਨਰਮ ਹੋਣਾ ਅਤੇ ਮੁੜ ਜਾਣਾ। ਕੈਲਸ਼ੀਅਮ ਇਹਦੀ ਘਾਟ ਨਾਲ ਸਾਨੂੰ ਬੋਨਸ ਐਂਡ ਟੀਥ ਡਿਕੇ ਹੱਡੀਆਂ ਅਤੇ ਦੰਦਾਂ ਦਾ ਖੁਰਨਾ ਸ਼ੁਰੂ ਹੋ ਜਾਂਦਾ ਹੈ। ਵੀਕ ਬੋਨਸ ਟੁੱਥ ਡਿਕੇ ਹੱਡੀਆਂ ਦਾ ਕਮਜ਼ੋਰ ਹੋਣਾ, ਦੰਦਾਂ ਦਾ ਖੁਰਨਾ ਜਾਂ ਕਮਜ਼ੋਰ ਹੋਣਾ। ਆਇਓਡੀਨ ਦੀ ਘਾਟ ਨਾਲ ਸਾਨੂੰ ਗਾਇਟਰ ਰੋਗ ਲੱਗ ਜਾਂਦਾ ਹੈ, ਮੀਨਸ ਗਿੱਲੜ ਰੋਗ ਲੱਗ ਜਾਂਦਾ ਹੈ। ਸਿੰਪਟਮਸ ਹਨ ਐਨਲਾਰਜਮੈਂਟ ਆਫ ਗਲੈਂਡ ਇਨ ਨੈਕ, ਥਾਇਰਾਇਡ ਗਲੇ ਦੀ ਗ੍ਰੰਥੀ ਯਾਨੀ ਥਾਇਰਾਇਡ ਗ੍ਰੰਥੀ ਦਾ ਫੁੱਲ ਜਾਣਾ। ਆਇਰਨ ਲੋਹਾ ਸੋ ਇਹਦੀ ਘਾਟ ਨਾਲ ਸਾਨੂੰ ਐਨੀਮੀਆ ਹੋ ਜਾਂਦਾ ਹੈ, ਜਿਹਦੇ ਸਿੰਪਟਮਸ ਹਨ ਵੀਕਨੈਸ, ਫਟੀਗ, ਸਕਿਨ ਬਿਕਮਸ ਪੇਲ ਕਮਜ਼ੋਰੀ, ਥਕਾਵਟ, ਚਮੜੀ ਦਾ ਪੀਲਾ ਹੋਣਾ। The person suffering from these deficiency diseases need not be given any medicine. Instead, the person should be given required amount of balanced diet. ਤਰੁੱਟੀ ਰੋਗਾਂ ਤੋਂ ਪੀੜਤ ਵਿਅਕਤੀ ਨੂੰ ਕਿਸੇ ਦਵਾਈ ਦੀ ਜ਼ਰੂਰਤ ਨਹੀਂ ਹੁੰਦੀ, ਸਗੋਂ ਅਜਿਹੇ ਵਿਅਕਤੀ ਨੂੰ ਸਹੀ ਮਾਤਰਾ ਵਿੱਚ ਸੰਤੁਲਿਤ ਆਹਾਰ ਦੇਣਾ ਚਾਹੀਦਾ ਹੈ। ਸੋ ਇਹਦੇ ਵਿੱਚ ਜਿਹੜੇ ਨਵੇਂ ਵਰਡ ਸਿੱਖੇ ਉਹ ਆਪਾਂ ਇੱਕ ਵਾਰ ਦੁਹਰਾ ਲਈਏ। ਨਿਊਟ੍ਰੀਐਂਟਸ ਸਬਸਟੈਂਸਿਸ ਨੀਡਡ ਫॉर ਪ੍ਰੋਪਰ ਗਰੋਥ ਐਂਡ ਡਿਵੈਲਪਮੈਂਟ ਆਫ ਬੋਡੀ ਕਿ ਸਰੀਰ ਦੇ ਸਹੀ ਵਾਧੇ ਅਤੇ ਵਿਕਾਸ ਲਈ ਲੋੜੀਂਦੇ ਤੱਤ, ਉਹਨਾਂ ਨੂੰ ਆਪਾਂ ਨਿਊਟ੍ਰੀਐਂਟਸ ਕਹਿੰਦੇ ਆ। Balanced diet, a diet that contains sufficient amount of all essential nutrients। ਭੋਜਨ ਜਿਸ ਵਿੱਚ ਸਾਰੇ ਪੋਸ਼ਕ ਤੱਤ ਉਚਿਤ ਮਾਤਰਾ ਵਿੱਚ ਮੌਜੂਦ ਹੋਣ। ਡੈਫੀਸ਼ੀਐਂਸੀ ਡਿਜ਼ੀਜ਼ਸ ਤਰੁੱਟੀ ਰੋਗ diseases caused by long time shortage of nutrients in diet ਭੋਜਨ ਵਿੱਚ ਲੰਬੇ ਸਮੇਂ ਤੋਂ ਜ਼ਰੂਰੀ ਪੋਸ਼ਕ ਤੱਤਾਂ ਦੀ ਘਾਟ ਕਾਰਨ ਹੋਣ ਵਾਲੇ ਰੋਗ। ਗੋਇਟਰ enlargement of gland in neck ਸੋ ਗਿੱਲੜ ਰੋਗ ਹੁੰਦਾ ਹੈ, ਗਲੇ ਦੀ ਗ੍ਰੰਥੀ ਦੇ ਆਕਾਰ ਵਿੱਚ ਵਾਧਾ।
scurvy disease caused by deficiency of vitamin C ਕਿ ਸਕਰਵੀ ਰੋਗ ਹੁੰਦਾ ਹੈ ਵਿਟਾਮਿਨ ਸੀ ਦੀ ਘਾਟ ਨਾਲ ਹੋਣ ਵਾਲਾ ਰੋਗ। ਬੇਰੀ ਡਿਜ਼ੀਜ਼ ਕੋਜ਼ਡ ਬਾਈ ਡੈਫੀਸ਼ੀਐਂਸੀ ਆਫ ਵਿਟਾਮਿਨ ਬੀ ਵਿਟਾਮਿਨ ਬੀ ਦੀ ਘਾਟ ਨਾਲ ਹੋਣ ਵਾਲਾ ਰੋਗ। ਓਕੇ ਜੀ, ਥੈਂਕ ਯੂ ਸੋ ਮਚ। ਉਮੀਦ ਹੈ ਤੁਹਾਨੂੰ ਕਾਫੀ ਕੁਝ ਨਵਾਂ ਇਹ 'ਚ ਸਿੱਖਣ ਨੂੰ ਮਿਲਿਆ ਹੋਵੇਗਾ। ਤੇ ਆਓ ਆਪਾਂ ਹੁਣ ਸਾਰੇ ਮਿਲ ਕੇ ਐਕਸਰਸਾਈਜ਼ ਕਰਦੇ ਹਾਂ। ਥੈਂਕ ਯੂ ਸੋ ਮਚ।